हाँ जी, नैक्सट अपने कोल है सोर्स ऑफ रूरल क्रेडिट। मतलब ਜਿਹੜੇ ਆਪਣੇ ਕੋਈ ਰੂਰਲ ਏਰੀਆਜ਼ ਹੈਗੇ ਹੈ, ਅਗਰ ਉਹਨਾਂ ਨੇ ਕੋਈ ਖੇਤੀਬਾੜੀ ਦਾ ਕੰਮ ਕਰਨਾ ਜਾਂ ਆਪਣੀ ਲੈਂਡ ਅੱਗੇ ਕੋਈ ਨਵੀਂ ਲੈਣੀ ਹੈ, ਪੁਰਾਣੀ ਰੀਫਾਰਮ ਕਰਨੀ, ਉਹਨਾਂ ਕੋਲ ਪੈਸਾ ਕਿੱਥੋਂ ਆਊਗਾ, ਉਹਨਾਂ ਕੋਲ ਕੀ ਸੋਰਸ ਹੋਏਗਾ। ਸੋ ਉਹ ਪੈਸਾ ਉਧਾਰ ਲੈ ਸਕਦੇ ਹੈ, ਪਰ ਦੋ ਤਰ੍ਹਾਂ ਦੇ ਸੋਰਸ ਆਪਣੇ ਕੋਲ ਹੁੰਦੇ ਪੈਸਾ ਉਧਾਰ ਲੈਣ ਵਾਸਤੇ। ਇੱਕ ਹੁੰਦਾ ਆਪਣੇ ਕੋਲ ਨੋਨ ਇੰਸਟੀਟਿਊਸ਼ਨਲ ਸੋਰਸ ਔਰ ਇੱਕ ਆਪਣੇ ਕੋਲ ਹੁੰਦਾ ਇੰਸਟੀਟਿਊਸ਼ਨਲ ਸੋਰਸ। ਹੁਣ ਦੇਖੋ, ਜਿਹੜਾ ਆਪਣੇ ਕੋਲ ਨੋਨ ਇੰਸਟੀਟਿਊਸ਼ਨਲ ਸੋਰਸ ਹੁੰਦਾ ਹੈ, ਅਸੀਂ ਕੀ ਕਰਦੇ ਹਾਂ, ਅਸੀਂ ਕਿਸੇ ਵੀ ਗੌਰਮੈਂਟ ਤੋਂ ਪੈਸਾ ਉਧਾਰ ਨਹੀਂ ਲੈਂਦੇ, ਠੀਕ ਹੈ ਨਾ। ਅਸੀਂ ਕਿਸੇ ਵੀ ਪ੍ਰਾਈਵੇਟ ਬੰਦੇ ਤੋਂ ਪੈਸਾ ਉਧਾਰ ਲੈ ਲੈਂਦੇ ਹਾਂ। ਹੁਣ ਦੇਖੋ, ਫਸਟ ਆਪਣੇ ਕੋਲ ਆ ਗਿਆ ਜੀ ਮਨੀ ਲੈਂਡਰਸ। ਮਨੀ ਲੈਂਡਰਸ ਕਿਹੜੇ ਹੁੰਦੇ ਆ? ਜਿਹੜੇ ਪੈਸਾ ਉਧਾਰ ਦਿੰਦੇ ਹੁੰਦੇ ਆ, ਦੇ ਆਰ ਦੀ ਮਨੀ ਲੈਂਡਰਸ, ਠੀਕ ਹੈ ਨਾ। ਹੁਣ ਦੇਖੋ ਕੀ ਕਰਦੇ ਆ, ਇਹ ਤੁਹਾਡੀ 94% ਜੋ ਤੁਹਾਡੀ ਕ੍ਰੈਡਿਟ ਰਿਕੁਆਇਰਮੈਂਟ ਹੈਗੀ ਹੈ, ਇਹ ਪੂਰੀ ਕਰਦੀ ਸੀ 1951 ਔਰ 52 ਦੇ ਵਿੱਚ। ਮਤਲਬ ਜਿਹੜੇ ਕਿਸਾਨ ਸੀਗੇ, ਇਹਨਾਂ ਕੋਲ ਜਾ ਕੇ ਮਨੀ ਲੈਂਡਰਸ ਕੋਲ ਜਾ ਕੇ ਪੈਸਾ ਉਧਾਰ ਲੈ ਲੈਂਦੇ ਹੁੰਦੇ ਸੀ। ਇਹ ਉਹਨਾਂ ਦੇ ਜਿੰਨਾ ਉਹਨੂੰ ਲੋਨ ਚਾਹੀਦਾ ਹੁੰਦਾ ਸੀ 94% ਡਿਮਾਂਡ ਪੂਰੀ ਕਰ ਦਿੰਦੇ ਸੀ, ਰਿਕੁਆਇਰਮੈਂਟ ਪੂਰੀ ਕਰ ਦਿੰਦੇ ਹੁੰਦੇ ਸੀ। ਪਰ ਇਹ ਮਨੀ ਲੈਂਡਰਸ ਲੋਨ ਤਾਂ ਦੇ ਦਿੰਦੇ ਸੀ, ਪਰ ਜਿਹੜੇ ਆਪਣੇ ਕੋਲ ਫਾਰਮਰ ਸੀ ਉਹਨਾਂ ਵਾਸਤੇ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰ ਦਿੰਦੇ ਹੁੰਦੇ ਸੀ। ਹੁਣ ਦੇਖੋ, ਪ੍ਰੋਬਲਮ ਕੀ ਹੁੰਦੀ ਸੀ, ਕਿਸਾਨ ਨੇ, ਫਾਰਮਰ ਨੇ ਲੋਨ ਤਾਂ ਲੈ ਲਿਆ, ਹੁਣ ਦੇਖੋ ਰੇਟ ਆਫ ਇੰਟਰਸਟ ਬਹੁਤ ਜ਼ਿਆਦਾ ਲੈਂਦੇ ਹੁੰਦੇ ਸੀ। ਮਤਲਬ ਕਿਸਾਨ ਨੂੰ ਪੈਸੇ ਦੀ ਲੋੜ ਹੁੰਦੀ ਸੀਗੀ, ਇਹ ਪੈਸਾ ਰਿਕੁਆਇਰਮੈਂਟ ਪੂਰੀ ਕਰ ਦਿੰਦੇ ਸੀ, ਪਰ ਜੋ ਉਹਦੇ ਉੱਪਰ ਵਿਆਜ ਲੱਗਣਾ ਹੈ, ਇਹ ਵਿਆਜ ਬਹੁਤ ਜ਼ਿਆਦਾ ਲੈਂਦੇ ਹੁੰਦੇ ਸੀ। ਦੂਜਾ ਆਪਣੇ ਕੋਲ ਆ ਗਿਆ, ਜੇ ਕੋਈ ਕਿਸਾਨ ਲੋਨ ਮੋੜਨ ਤੋਂ ਫੇਲ ਹੋ ਜਾਂਦਾ ਸੀ ਤਾਂ ਇਹ ਉਹਦੀ ਜ਼ਮੀਨ ਨੂੰ ਹੀ ਐਕਵਾਇਰ ਕਰ ਲੈਂਦੇ ਸੀ। ਮਤਲਬ ਜਿਹੜੇ ਮਨੀ ਲੈਂਡਰ ਸੀਗੇ, ਕਿਸਾਨ ਨੇ ਮੰਨ ਲਓ 5 ਲੱਖ ਰੁਪਏ ਲਿੱਤਾ, ਉਹ 5 ਲੱਖ ਦੇਣ 'ਚ ਸਮਰਥ ਹੈ, ਨਹੀਂ ਮੋੜ ਸਕਿਆ, ਤਾਂ ਉਹਦੀ ਜ਼ਮੀਨ ਹੀ ਆਪਣੇ ਨਾਲ ਲਗਾ ਲੈਂਦੇ ਸੀ। ਹੁਣ ਦੇਖੋ, ਸਾਫ਼ ਜੀ ਗੱਲ ਹੈ, ਜ਼ਮੀਨ ਦੀ ਕੀਮਤ ਹੈ 20 ਲੱਖ ਰੁਪਏ, ਲੱਤਾ 5 ਲੱਖ ਹੈ, ਉਹ ਵਿਚਾਰਾ ਮੋੜ ਨਹੀਂ ਸਕਿਆ, ਤਾਂ 20 ਲੱਖ ਦੀ ਜ਼ਮੀਨ ਮਨੀ ਲੈਂਡਰ ਦੀ ਹੋ ਗਈ। ਉਸ ਤੋਂ ਬਾਅਦ ਆਪਣੇ ਕੋਲ ਕੀ ਸੀਗਾ, ਇਹ ਅਕਾਊਂਟ ਇਹ ਵਧਾ ਘਟਾ ਦਿੰਦੇ ਸੀ। ਜਿਹੜੇ ਕਿਸਾਨ ਹੁੰਦੇ ਸੀ ਉਹ ਵਿਚਾਰੇ ਅਨਪੜ੍ਹ ਹੁੰਦੇ ਸੀ, ਠੀਕ ਹੈ ਨਾ। ਇੰਨਾ ਵਿਆਜ ਲੈਣ ਤੋਂ ਬਾਵਜੂਦ ਵੀ ਅਗਰ ਪੂਰਾ ਪੈਸਾ ਮੋੜ ਵੀ ਦਿੰਦੇ ਸੀ, ਤਾਂ ਵੀ ਇਹ ਕਹਿੰਦੇ ਸੀ ਵੀ ਇੰਨਾ ਪੈਸਾ ਤੁਹਾਡੇ ਵੱਲ ਖੜਾ, ਮੋੜੋ। ਮਤਲਬ ਸਾਰੀ ਜ਼ਿੰਦਗੀ ਵਿਚਾਰਾ ਕਿਸਾਨ ਇੱਕ ਵਾਰ ਲੋਨ ਲੈ ਕੇ ਉਹ ਲੋਨ ਹੀ ਉਤਾਰਦਾ ਰਹਿੰਦਾ ਹੁੰਦਾ ਸੀ। ਸੋ ਦੀਜ਼ ਵਰ ਦੀ ਮਨੀ ਲੈਂਡਰਸ। ਹੁਣ ਦੇਖੋ, ਉਸ ਤੋਂ ਬਾਅਦ ਦੂਜਾ ਆਪਣੇ ਕੋਲ ਪੁਆਇੰਟ ਆ ਗਿਆ, ਟਰੇਡਰਸ ਐਂਡ ਦੀ ਕਮਿਸ਼ਨ ਏਜੰਟਸ। ਹੁਣ ਦੇਖੋ, ਇਹ ਕੀ ਹੁੰਦਾ ਹੈ, ਫਾਰਮਰ ਨੂੰ ਜ਼ਮੀਨ 'ਤੇ ਲੋਨ ਦਿੰਦੇ ਸੀ, ਕਰਦੇ ਕੀ ਸੀਗੇ, ਉਹਨਾਂ ਦੀ ਫਸਲਾਂ ਨੂੰ, ਉਹਨਾਂ ਦੀ ਜ਼ਮੀਨ ਨੂੰ ਆਪਣੇ ਕੋਲ ਰੱਖ ਲੈਂਦੇ ਸੀ, ਗਿਰਵੀ ਰੱਖ ਲੈਂਦੇ ਸੀ, ਮੋਰਟੇਜ ਗਿਰਵੀ ਰੱਖਦੇ ਹੁੰਦੇ ਸੀ। ਹੁਣ ਇਹ ਵੀ ਪ੍ਰੋਬਲਮ ਕ੍ਰੀਏਟ ਕਰਦੇ ਸੀ, ਠੀਕ ਹੈ ਨਾ। ਹੁਣ ਕਿਸਾਨ ਨੂੰ ਅਰਜੈਂਟ ਪੈਸਾ ਚਾਹੀਦਾ, ਠੀਕ ਹੈ, ਇਹ ਕਹਿੰਦੇ ਚੱਲ ਵੀ ਆਪਣੀ ਜ਼ਮੀਨ ਗਿਰਵੀ ਰੱਖ ਦੇ, ਤੈਨੂੰ ਉਹਦੇ ਉੱਪਰ ਪੈਸਾ ਦੇ ਦਿੰਦੇ ਆ, ਠੀਕ ਹੈ ਨਾ। ਉਹ ਵਿਚਾਰੇ ਕਾਗਜ਼ ਪੱਤਰ ਲਿਆ ਕੇ ਉਹਨੂੰ ਦੇ ਦਿੰਦਾ ਸੀਗਾ, ਅੰਗੂਠਾ ਲਵਾ ਲੈਂਦੇ ਸੀ ਇਹ। ਜੇ ਕੱਲ੍ਹ ਨੂੰ ਕਿਸਾਨ ਨਾ ਮੋੜ ਪਾਇਆ ਲੋਨ, ਤਾਂ ਜ਼ਮੀਨ ਆਪਣੇ ਕੋਲ ਰੱਖ ਲੈਂਦੇ ਹੁੰਦੇ ਸੀ। ਹੁਣ ਇਹ ਵੀ ਕਾਫੀ ਪ੍ਰੋਬਲਮ ਕ੍ਰੀਏਟ ਕਰਦੇ ਸੀ, ਹਾਈ ਰੇਟ ਆਫ ਇੰਟਰਸਟ 'ਤੇ ਲੋਨ ਦਿੰਦੇ ਹੁੰਦੇ ਸੀਗੇ। ਔਰ ਜਿਹੜਾ ਆਪਣੇ ਕੋਲ ਫਾਰਮਰ ਹੈਗੇ ਆ, ਉਹਨੂੰ ਇਹ ਫੋਰਸ ਕਰਦੇ ਹੁੰਦੇ ਸੀ ਵੀ ਦੇਖ ਵੀ ਤੂੰ ਮੇਰੇ ਕੋਲ ਲੋਨ ਲੱਤਾ, ਤੇਰੀ ਫਸਲ ਵੀ ਮੇਰੇ ਕੋਲ ਗਿਰਵੀ ਹੈ, ਮੈਨੂੰ ਫਸਲ ਘੱਟ ਰੇਟ 'ਤੇ ਵੇਚ। ਮਤਲਬ ਇਹ ਕਿਸਾਨ ਕੋਲ ਜ਼ਬਰਦਸਤੀ ਫਸਲਾਂ ਗਿਰਵੀ ਰਖਾ ਕੇ ਘੱਟ ਰੇਟ 'ਤੇ ਖਰੀਦ ਲੈਂਦੇ ਸੀ, ਅੱਗੇ ਫਿਰ ਮਹਿੰਗੇ ਰੇਟ 'ਤੇ ਵੇਚ ਦਿੰਦੇ ਹੁੰਦੇ ਸੀ। ਉਸ ਤੋਂ ਬਾਅਦ ਆਪਣੇ ਕੋਲ ਆ ਗਏ ਜੀ ਲੈਂਡਲੋਰਡ। ਇਹਦਾ ਪਤਾ ਹੀ ਹੈ, ਪਿੱਛੇ ਪੜ੍ਹ ਵੀ ਚੁੱਕੇ ਹੋ, ਜ਼ਮੀਨਦਾਰ। ਜਿਹੜੇ ਉੱਥੇ ਦਾ ਜ਼ਮੀਨਦਾਰ ਹੁੰਦੇ ਸੀਗੇ, ਠੀਕ ਹੈ ਨਾ। ਹੁਣ ਆਮ ਬੰਦਾ, ਤੁਸੀਂ ਪਿੰਡਾਂ 'ਚ ਰਹਿੰਦੇ ਹੋ, ਤੁਹਾਨੂੰ ਲੋੜ ਪੈਂਦੀ ਹੈ, ਆਪਾਂ ਜਾ ਕੇ ਆੜ੍ਹਤੀ ਕੋਲ ਪੈਸੇ ਫੜ ਲੈਂਦੇ ਹਾਂ, ਉਸ ਵੇਲੇ ਜ਼ਮੀਨਦਾਰ ਹੁੰਦੇ ਸੀਗੇ। ਸੋ ਜ਼ਮੀਨਦਾਰ ਕੀ ਹੈ, ਆਪਾਂ ਨੂੰ ਉਧਾਰ ਦਿੰਦੇ ਹੁੰਦੇ ਸੀ, ਠੀਕ ਹੈ ਨਾ। ਪਰ ਇਹ ਵੀ ਬਹੁਤ ਤੇਜ਼ ਸੀ, ਰੇਟ ਆਫ ਇੰਟਰਸਟ ਇਹਨਾਂ ਨੇ ਵੀ ਹਾਈ ਲੈਣਾ, ਠੀਕ ਹੈ ਨਾ। ਔਰ ਇਹਨਾਂ ਦਾ ਮੇਨ ਕੰਮ ਹੁੰਦਾ ਸੀਗਾ, ਅਕਾਊਂਟ ਨੂੰ ਉੱਪਰ ਥੱਲੇ ਕਰਕੇ ਕਿਸਾਨ ਨੂੰ ਖ਼ਤਮ ਕਰ ਦਿਓ ਅਤੇ ਉਹਦੀ ਜ਼ਮੀਨ ਆਪਣੇ ਨਾਲ ਲਵਾ ਲਓ। ਮਤਲਬ ਜੇ ਇੱਕ ਵਾਰ ਕੋਈ ਲੋਨ ਲੈਣ ਕਿਸਾਨ ਇਹਨਾਂ ਕੋਲ ਚੱਲ ਗਿਆ, ਤਾਂ ਜਿਹੜੀ ਵਿਚਾਰੀ ਉਹ ਜ਼ਮੀਨ ਆ ਉਹਦੀ ਨਾ ਰਹਿ ਗਈ। ਇਹਨਾਂ ਨੇ ਅਕਾਊਂਟ ਉੱਪਰ ਥੱਲੇ ਕਰਕੇ ਇਹਨਾਂ ਨੇ ਕਹਿਣਾ, ਤੂੰ ਸਾਡਾ ਇੰਨਾ, ਤੇਰੇ ਵੱਲ ਸਾਡਾ ਲੋਨ ਖੜਾ, ਤੂੰ ਮੋੜੇ ਹੀ ਨਹੀਂ। ਪੂਰੀ ਜ਼ਿੰਦਗੀ ਲੋਨ ਹੀ ਦਿੰਦਾ ਰਹਿੰਦਾ ਸੀ। ਅਗਰ ਕਿਤੇ ਬਾਏ ਚਾਂਸ ਇੱਕ ਇੰਸਟਾਲਮੈਂਟ ਵੀ ਰਹਿ ਗਈ, ਤਾਂ ਜ਼ਮੀਨ ਲੈਂਡਲੋਰਡ ਦੀ ਹੋ ਜਾਂਦੀ ਸੀ। ਨੈਕਸਟ ਆਪਣੇ ਕੋਲ ਆ ਗਿਆ ਜੀ ਰਿਲੇਟਿਵਸ। ਇਹ ਕਿਸਾਨ ਕੀ ਕਰਦੇ, ਹੁਣ ਆਪਾਂ ਵੀ ਤਾਂ ਕਰਦੇ ਹੀ ਹਾਂ, ਆਪਾਂ ਕਿਸੇ ਰਿਸ਼ਤੇਦਾਰ ਤੋਂ ਪੈਸੇ ਫੜ ਲੈਂਦੇ ਹਾਂ, ਠੀਕ ਹੈ ਨਾ। ਹੁਣ ਇਹਦੇ ਵਿੱਚ ਕੀ ਫਾਇਦਾ ਹੁੰਦਾ ਸੀਗਾ, ਰਿਸ਼ਤੇਦਾਰ ਹੁੰਦਾ ਸੀਗਾ, ਉਹਨੂੰ ਉਧਾਰ ਦੇ ਦਿੰਦਾ ਸੀ, ਕੋਈ ਇੰਟਰਸਟ ਵੀ ਨਹੀਂ ਲੈਂਦਾ ਸੀ। ਜਦੋਂ ਵਿਚਾਰੇ ਕਿਸਾਨ ਦੀ ਫਸਲ ਵਿਕਦੀ ਹੁੰਦੀ ਸੀਗੀ, ਤਾਂ ਉਹ ਵੇਚ ਕੇ ਉਹਨੂੰ ਪੈਸੇ ਮੋੜ ਦਿੰਦਾ ਸੀ। ਪਰ ਉਹ ਰਿਲੇਟਿਵ
ਛੋਟਾ ਮੋਟਾ ਲੋਨ ਦੇ ਸਕਦਾ ਸੀ ਜਿੰਨਾ ਉਹਦੇ ਕੋਲ ਪੈਸੇ ਹੈਗੇ ਆ। ਜੇ ਜ਼ਿਆਦਾ ਪੈਸੇ ਲੈਣੇ ਸੀਗੇ ਤਾਂ ਉਹਨਾਂ ਨੂੰ ਮਨੀ ਲੈਂਡਰ ਕੋਲ ਜਾਣਾ ਪੈਂਦਾ ਸੀ, ਟ੍ਰੇਡ ਐਂਡ ਕਮਿਸ਼ਨ ਏਜੰਟ ਕੋਲ ਜਾਣਾ ਪੈਂਦਾ ਸੀ, ਲੈਂਡਲੋਰਡ ਕੋਲ ਜਾਣਾ ਪੈਂਦਾ ਸੀ। ਜੇ ਛੋਟੇ ਮੋਟੇ ਦੀ ਪੈਸੇ ਦੀ ਗੱਲ ਹੈ ਤਾਂ ਆਪਣੇ ਆਪਸ ਰਿਸ਼ਤੇਦਾਰਾਂ ਵਿੱਚੋਂ ਲੈ ਲੈਂਦੇ ਹੁੰਦੇ ਸੀਗੇ, ਠੀਕ ਹੈ ਨਾ। ਸੋ ਇਹ ਹੈਗਾ ਨੋਨ ਇੰਸਟੀਟਿਊਸ਼ਨਲ ਸੋਰਸ ਆਫ ਕ੍ਰੈਡਿਟ। ਨੈਕਸਟ ਆਪਣੇ ਕੋਲ ਆ ਗਿਆ ਜੀ ਇੰਸਟੀਟਿਊਸ਼ਨਲ ਸੋਰਸ। ਹੁਣ ਦੇਖੋ ਫਸਟ ਆਪਣੇ ਕੋਲ ਆ ਗਿਆ ਕੋਆਪਰੇਟਿਵ ਕ੍ਰੈਡਿਟ ਸੋਸਾਇਟੀਜ਼, ਮਤਲਬ ਗਵਰਨਮੈਂਟ ਨੇ ਆਪਣੇ ਕੋਲ ਕੋਆਪਰੇਟਿਵ ਕ੍ਰੈਡਿਟ ਸੋਸਾਇਟੀਜ਼ ਖੋਲ੍ਹੀਆਂ ਹੋਈਆਂ, ਠੀਕ ਹੈ ਨਾ, ਜੋ ਰੂਰਲ ਏਰੀਏ ਵਿੱਚ ਲੋਕਾਂ ਨੂੰ ਲੋਨ ਪ੍ਰੋਵਾਈਡ ਕਰਦੀਆਂ, ਐਡਵਾਂਸ ਕ੍ਰੈਡਿਟ ਦਿੰਦੀਆਂ। ਹੁਣ ਦੇਖੋ ਇਹਦੇ ਵਿੱਚ ਕੀ ਹੈ ਫਾਇਦਾ, ਕੀ ਹੋਇਆ ਕਿਸਾਨਾਂ ਨੂੰ, ਉਹ ਮਨੀ ਲੈਂਡਰ ਦੇ ਚੱਕਰ ਵਿੱਚੋਂ ਛੁੱਟ ਗਏ, ਠੀਕ ਹੈ ਨਾ, ਔਰ ਇਹਨਾਂ ਨੂੰ ਐਡਵਾਂਸ ਵੀ ਲੋਨ ਮਿਲ ਜਾਂਦਾ ਹੈ ਔਰ ਰੇਟ ਆਫ ਇੰਟਰਸਟ ਕਾਫੀ ਘੱਟ ਹੁੰਦਾ ਕਿਉਂਕਿ ਗਵਰਨਮੈਂਟ ਦੀ ਹੈ। ਉਸ ਤੋਂ ਬਾਅਦ ਕੀ ਹੈ, ਇਹ ਜਿਹੜੀ ਕ੍ਰੈਡਿਟ ਫੈਸਿਲਿਟੀ ਹੈਗੀ ਹੈ ਪੂਰੇ ਇੰਡੀਆ ਵਿੱਚ ਪ੍ਰੋਵਾਈਡ ਕਰਦੀ ਹੈ। ਦੂਜਾ ਆਪਣੇ ਕੋਲ ਆ ਗਿਆ ਜੀ ਲੈਂਡ ਡਿਵੈਲਪਮੈਂਟ ਬੈਂਕਸ। ਹੁਣ ਦੇਖੋ ਬੈਂਕਸ ਆ ਗਏ, ਦਿਸ ਇਜ਼ ਆਲਸੋ ਫਾਰਮਲ ਸੋਰਸ ਆਫ ਇੰਸਟੀਟਿਊਸ਼ਨ ਕਿਉਂਕਿ ਬੈਂਕ ਇੰਕਲੂਡ ਹੋ ਗਏ ਇਹਦੇ ਵਿੱਚ। ਕੋਈ ਜ਼ਮੀਨਦਾਰ ਨਹੀਂ ਹੈਗਾ, ਕੋਈ ਟ੍ਰੇਡਰ ਨਹੀਂ ਹੈਗਾ, ਕੋਈ ਮਨੀ ਲੈਂਡਰ ਨਹੀਂ ਹੈਗਾ। ਹੁਣ ਦੇਖੋ ਇਹ ਵੀ ਲੌਂਗ ਟਰਮ ਜਿਹੜੇ ਲੈਂਡ ਡਿਵੈਲਪਮੈਂਟ ਬੈਂਕ ਹੈ ਇਹ ਕਿਸਾਨਾਂ ਨੂੰ ਲੌਂਗ ਟਰਮ ਕ੍ਰੈਡਿਟ ਪ੍ਰੋਵਾਈਡ ਕਰਦੇ ਹੈ, ਉਧਾਰ ਦਿੰਦੇ ਆ। ਅਗਰ ਲੌਂਗ ਟਰਮ ਹੈ ਇਟ ਮੀਨਸ ਅਮਾਊਂਟ ਬਹੁਤ ਜ਼ਿਆਦਾ ਹੋਊਗਾ, ਤਾਂ ਉਹ ਇੱਦਾਂ ਨਹੀਂ ਦਿੰਦੇ, ਇਹਨਾਂ ਦੀ ਜ਼ਮੀਨ ਨੂੰ ਆਪਣੇ ਕੋਲ ਰੱਖ ਲੈਂਦੇ ਆ। ਕੱਲ੍ਹ ਨੂੰ ਅਗਰ ਕਿਸਾਨ ਸਾਰਾ ਪੈਸਾ ਮੋੜ ਦਿੰਦਾ ਤਾਂ ਜ਼ਮੀਨ ਵਾਪਸ ਕਰ ਦਿੰਦੇ ਆ। ਉੱਪਰ ਅਸੀਂ ਪੜ੍ਹਿਆ ਮਨੀ ਲੈਂਡਰ ਟ੍ਰੇਡਰ ਵੀ ਇੱਦਾਂ ਹੀ ਕਰਦੇ ਹੁੰਦੇ ਸੀਗੇ, ਪਰ ਉਹ ਜ਼ਮੀਨ ਦੱਬ ਲੈਂਦੇ ਹੁੰਦੇ ਸੀ। ਪਰ ਲੈਂਡ ਡਿਵੈਲਪਮੈਂਟ ਬੈਂਕ ਹੈ, ਕਿਸੇ ਕਿਸਾਨ ਦੀ ਜ਼ਮੀਨ ਦੱਬ ਨਹੀਂ ਸਕਦਾ। ਜਦੋਂ ਕਿਸਾਨ ਨੇ ਸਾਰਾ ਪੈਸਾ ਮੋੜਤਾ ਤਾਂ ਬੈਂਕ ਨੇ ਸਾਰੀ ਜ਼ਮੀਨ ਕਿਸਾਨ ਨੂੰ ਵਾਪਸ ਕਰ ਦੇਣੀ ਹੈ। ਨੈਕਸਟ ਆਪਣੇ ਕੋਲ ਆ ਗਿਆ ਜੀ ਕਮਰਸ਼ੀਅਲ ਬੈਂਕਸ। ਜਿਹੜੇ ਆਪਣੇ ਕੋਲ ਅੱਜ ਕੱਲ੍ਹ ਜਿੰਨੇ ਬੈਂਕਸ ਖੁੱਲ੍ਹੇ ਆ, ਆਂਧਰਾ ਲੈ ਲਓ, ਯੂਨੀਅਨ, SBI, ਆਲ ਦੀ ਬੈਂਕਸ ਦੀਜ਼ ਆਰ ਦੀ ਕਮਰਸ਼ੀਅਲ ਬੈਂਕਸ, ਠੀਕ ਹੈ ਨਾ। ਹੁਣ ਇਹ ਵੀ ਫਾਇਦਾ ਕਰਦੇ ਆ, ਜਿੱਥੇ ਲੋੜ ਹੁੰਦੀ ਹੈ ਇਹ ਬੈਂਕ ਆਪਣੀ ਬ੍ਰਾਂਚ ਖੋਲ੍ਹ ਲੈਂਦੇ ਆ, ਠੀਕ ਹੈ। ਰੂਰਲ ਏਰੀਆ ਵਿੱਚ ਆਪਣੇ ਆਪ ਨੂੰ ਇਹਨੂੰ ਐਕਸਪੈਂਡ ਕੀਤਾ ਹੋਇਆ, ਉੱਥੇ ਲੋਕਾਂ ਨੂੰ ਲੋਨ ਦਿੰਦੇ ਹੈਗੇ ਆ, ਠੀਕ ਹੈ ਨਾ, ਔਰ ਕਾਫੀ ਤਰ੍ਹਾਂ ਦੀ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਹੈਗੇ ਆ, ਔਰ ਘੱਟ ਰੇਟ ਆਫ ਇੰਟਰਸਟ ਉੱਪਰ ਲੋਨ ਦਿੰਦੇ ਤਾਂ ਕਿ ਉਹ ਰੂਰਲ ਏਰੀਆ ਡਿਵੈਲਪ ਹੋ ਸਕੇ। ਹੁਣ ਦੇਖੋ ਇਹ ਲੋਕਾਂ ਨੂੰ ਅਵੇਅਰ ਵੀ ਕਰਦੇ ਆ, ਨਿਊਜ਼ਪੇਪਰ ਵਿੱਚ ਵੀ ਆਉਂਦਾ ਅਗਰ ਕਿਸੇ ਨੂੰ ਪੈਸੇ ਲੋੜ ਹੈਗੀ ਹੈ ਤਾਂ ਬੈਂਕ ਤੋਂ ਆਓ, ਇਹ ਨੋਨ ਇੰਸਟੀਟਿਊਸ਼ਨਲ ਸੋਰਸਾਂ ਵਿੱਚ ਜਾ ਕੇ ਨਾ ਫਸੋ, ਕਿਉਂਕਿ ਜੇ ਨੋਨ ਇੰਸਟੀਟਿਊਸ਼ਨਲ ਸੋਰਸਿਸ ਵਿੱਚ ਜਾ ਕੇ ਫਸ ਜਾਣਗੇ ਤਾਂ ਰੇਟ ਆਫ ਇੰਟਰਸਟ ਵੀ ਜ਼ਿਆਦਾ ਮਿਲੂਗਾ ਔਰ ਹੋ ਸਕਦਾ ਉਹ ਜ਼ਮੀਨ ਵੀ ਉਹਨੂੰ ਦੱਬ ਲੈਣ। ਹੁਣ ਦੇਖੋ ਆਪਣੇ ਕੋਲ ਰੀਜਨਲ ਰੂਰਲ ਬੈਂਕਸ ਵੀ ਖੁੱਲ੍ਹੇ ਹੋਏ ਆ, ਠੀਕ ਹੈ ਨਾ, ਆਪਣੀ ਬ੍ਰਾਂਚਿਸ ਔਰ ਰੂਰਲ ਏਰੀਆ ਦੇ ਵਿੱਚ ਖੋਲ੍ਹ ਲੈਂਦੇ ਆ, ਵੱਧ ਤੋਂ ਵੱਧ ਵਧਾ ਲੈਂਦੇ ਆ, ਠੀਕ ਹੈ ਨਾ। ਮੇਨ ਇਹਨਾਂ ਦਾ ਮਤਲਬ ਮੋਟਿਵ ਕੀ ਹੁੰਦਾ ਹੈ ਵੀ ਛੋਟੇ ਮੋਟੇ ਕਿਸਾਨਾਂ ਨੂੰ ਛੋਟੇ ਮੋਟੇ ਕੰਮ ਵਾਸਤੇ ਕਰਜ਼ਾ ਦਿੱਤਾ ਜਾਵੇ। ਸੋ ਇਹਨਾਂ ਨੂੰ ਕਹਿੰਦੇ ਰੀਜਨਲ ਰੂਰਲ ਬੈਂਕਸ। ਅਗਰ ਬਹੁਤ ਜ਼ਿਆਦਾ ਪੈਸਾ ਲੈਣਾ ਤਾਂ ਆਪਣੇ ਕੋਲ ਕਮਰਸ਼ੀਅਲ ਬੈਂਕਸ ਹੈਗੇ ਆ, ਠੀਕ ਹੈ ਨਾ, ਉਹ ਲੌਂਗ ਟਰਮ ਕ੍ਰੈਡਿਟ ਤੁਹਾਨੂੰ ਦੇ ਸਕਦੇ ਆ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਸੈਲਫ ਹੈਲਪ ਗਰੁੱਪ। ਹੁਣ ਦੇਖੋ ਸੈਲਫ ਹੈਲਪ ਗਰੁੱਪ ਕੀ ਹੁੰਦਾ ਤੁਹਾਨੂੰ ਮੈਂ ਸਮਝਾ ਦਿੰਦਾ। ਹੁਣ ਦੇਖੋ ਅਗਰ ਤੁਸੀਂ ਤੁਹਾਡੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਵੀ ਚੱਲਦਾ ਹੈ, ਅਸੀਂ ਕਮੇਟੀਆਂ ਪਾ ਲੈਂਦੇ ਹੁੰਦੇ ਹਾਂ, ਠੀਕ ਹੈ ਨਾ, ਜਿਹਨੂੰ ਲੋੜ ਹੁੰਦੀ ਹੈ ਉਹ ਕਮੇਟੀ ਚੱਕ ਲੈਂਦਾ। ਉਹਦੇ ਸੈਲਫ ਹੈਲਪ ਗਰੁੱਪ ਸੀਗਾ, ਸਾਰੇ ਕਿਸਾਨਾਂ ਨੇ ਗਰੁੱਪ ਬਣਾਇਆ ਹੋਇਆ ਸੀ, ਥੋੜ੍ਹਾ ਥੋੜ੍ਹਾ ਪੈਸਾ ਉਹ ਇੱਕ ਅਕਾਊਂਟ ਜਮ੍ਹਾਂ ਕਰੀ ਜਾਂਦੇ ਹੁੰਦੇ ਸੀ। ਜਿਹੜੇ ਕਿਸਾਨ ਨੂੰ ਪੈਸੇ ਦੀ ਹੈਲਪ ਦੀ ਲੋੜ ਹੁੰਦੀ ਸੀਗੀ ਉਹ ਉਸ ਅਕਾਊਂਟ ਵਿੱਚੋਂ ਪੈਸਾ ਉਸ ਕਿਸਾਨ ਨੂੰ ਦੇ ਦਿੰਦੇ ਸੀਗੇ। ਕਿਸਾਨ ਫਿਰ ਜਦੋਂ ਉਹਦਾ ਕੰਮ ਪੂਰਾ ਹੋ ਜਾਂਦਾ ਸੀਗਾ ਉਹ ਪੈਸਾ ਵਾਪਸ ਕਰ ਦਿੰਦਾ ਹੁੰਦਾ ਸੀਗਾ। ਸੋ ਦੀਜ਼ ਆਰ ਦੀ ਸੈਲਫ ਹੈਲਪ ਗਰੁੱਪ, ਇਹ ਵੀ ਕਿਸਾਨਾਂ ਨੇ ਬਣਾਏ ਹੋਏ ਸੀ। ਹੁਣ ਦੇਖੋ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਨੈਸ਼ਨਲ ਬੈਂਕ ਫॉर ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ, ਜਿਹਨੂੰ ਆਪਾਂ NABARD ਕਹਿੰਦੇ ਹਾਂ। ਹੁਣ ਦੇਖੋ ਜਿਹੜੇ ਬੈਂਕਸ ਖੁੱਲ੍ਹੇ ਹੋਏ ਹੈ ਗਵਰਨਮੈਂਟ ਨੇ ਖੋਲ੍ਹੇ ਹੈ, ਸੋ ਮੇਨ ਇਹਨਾਂ ਦਾ ਕੰਮ ਕੀ ਹੈ, ਇਹ ਇੱਕ ਤਰ੍ਹਾਂ ਦਾ ਰੂਰਲ ਏਰੀਆ ਵਿੱਚ ਕ੍ਰੈਡਿਟ ਦੇਣ ਦਾ ਮੇਨ ਉਦਾਹਰਨ ਹੈ, ਠੀਕ ਹੈ ਨਾ। ਹੁਣ ਇਹ ਕੈਸ਼ ਜਿਹੜਾ ਆਪਣੇ ਕੋਲ ਜਿਹੜੇ ਬੰਦੇ ਨੂੰ ਕਿਸੇ ਪੈਸੇ ਦੀ ਲੋੜ ਹੈਗੀ ਹੈ ਸੋ ਕਮਰਸ਼ੀਅਲ ਬੈਂਕ ਤੋਂ ਜਾ ਕੇ ਲੈ ਸਕਦਾ। ਹੁਣ ਜਿਹੜੇ ਹੈਗੇ ਹੈ ਇਹ ਜਿਹੜੇ ਨੋਨ ਫਾਰਮਰ ਸੈਕਟਰ ਹੈਗੇ ਹੈ, ਮਤਲਬ ਜਿਹੜੇ ਆਪਣੇ ਕੋਲ ਕਿਸਾਨ ਦਾ ਕੰਮ ਨਹੀਂ ਕਰਦੇ, ਛੋਟੇ ਮੋਟੇ ਪਿੰਡਾਂ ਵਿੱਚ ਰਹਿੰਦੇ ਹੈ, ਉਹਨਾਂ ਨੂੰ ਵੀ ਲੋਨ ਪ੍ਰੋਵਾਈਡ ਕਰਦੇ। ਜੋ ਉਹਨੂੰ ਕੋਈ ਹੱਥੀਂ ਕੰਮ ਕਰਨਾ, ਮੰਨ ਲਓ ਪਿੰਡ ਵਿੱਚ ਕਿਸੇ ਨੇ ਟੇਲਰ ਦੀ ਸ਼ੋਪ ਖੋਲ੍ਹਣੀ ਹੈ ਤਾਂ ਉਹਨੂੰ ਵੀ ਲੋਨ ਦੇ ਦਿੰਦੇ ਆ। ਇਹ ਮਤਲਬ ਜ਼ਰੂਰੀ ਨਹੀਂ ਵੀ ਕਿਸਾਨ ਨੂੰ ਹੀ ਲੋਨ ਦੇਣਾ, ਜਿਹੜੇ ਹੋਰ ਛੋਟੇ ਮੋਟੇ ਕੰਮ ਕਰਨਾ ਚਾਹੁੰਦਾ ਹੈ, ਸਮਾਲ ਸਕੇਲ ਇੰਡਸਟਰੀ ਵਿੱਚ ਕੰਮ ਕਰਨਾ ਚਾਹੁੰਦਾ ਹੈ, ਉਹਨੂੰ ਹੀ ਲੋਨ ਦਿੰਦੇ ਹੁੰਦੇ ਆ। ਟੂ ਕੰਟਰੋਲ ਦੀ ਰਿਵੈਲਿਊਡ ਪ੍ਰੋਜੈਕਟ ਆਫ ਫਾਈਨਾਂਸ ਬਾਈ ਹਿਟ, ਠੀਕ ਹੈ ਨਾ। ਹੁਣ ਜਿੰਨੇ ਵੀ ਪ੍ਰੋਜੈਕਟ ਵਾਸਤੇ ਤੁਹਾਨੂੰ ਕੰਮ ਚਾਹੀਦਾ ਹੈ, ਪੈਸੇ ਚਾਹੀਦੇ ਹੈ, ਸੋ ਨੈਸ਼ਨਲ ਬੈਂਕ ਆਫ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ, ਮਤਲਬ ਦੇਖੋ ਨਾਂ ਤੋਂ ਪਤਾ ਚੱਲਦਾ ਐਗਰੀਕਲਚਰ ਐਂਡ ਰੂਰਲ, ਮਤਲਬ ਕਿਸਾਨਾਂ ਨੂੰ ਵੀ ਲੋਨ ਦੇਊਗਾ ਜਿਹੜੇ ਕਿਸਾਨੀ ਦਾ ਕੰਮ ਨਹੀਂ ਕਰਦੇ। ਕੋਈ ਦਰਜੀ ਦਾ ਕੰਮ ਕਰਦਾ ਹੈ, ਮੰਨ ਲਓ ਕਿਸੇ ਨੇ ਸਾਈਕਲਸ ਦੀ ਸ਼ਾਪ ਖੋਲ੍ਹਣੀ, ਪੈਂਚਰ ਲਾਉਣ ਦੀ ਸ਼ਾਪ ਖੋਲ੍ਹਣੀ ਹੈ, ਛੋਟਾ ਮੋਟਾ ਕੰਮ ਕਰਨਾ ਹੈ, ਤਾਂ ਉਹਦੇ ਵਾਸਤੇ ਵੀ ਜਿਹੜੇ ਨੈਸ਼ਨਲ ਬੈਂਕ ਆਫ ਐਗਰੀਕਲਚਰ ਰੂਰਲ ਡਿਵੈਲਪਮੈਂਟ ਹੈ ਸੋ ਉਹਨਾਂ ਨੂੰ ਵੀ ਲੋਨ ਪ੍ਰੋਵਾਈਡ ਕਰਦਾ ਹੈ। ਸੋ ਦੀਜ਼ ਆਰ ਦੀ ਇੰਸਟੀਟਿਊਸ਼ਨਲ ਸੋਰਸਿਸ, ਮਤਲਬ ਇਹ ਗਵਰਨਮੈਂਟ ਨੇ ਖੋਲ੍ਹੇ ਹੈ ਵੀ ਕਿਸਾਨਾਂ ਉੱਪਰ ਅਤਿਆਚਾਰ ਨਾ ਹੋ ਸਕੇ, ਉਹਨਾਂ ਦਾ ਹੱਕ ਨਾ ਮਰ ਸਕੇ, ਸੋ ਗਵਰਨਮੈਂਟ ਉਹਨਾਂ ਨੂੰ
ਇੰਸਟੀਟਿਊਸ਼ਨਲ ਸੋਰਸ ਆਫ ਇਨਕਮ ਤੋਂ ਲੋਨ ਪ੍ਰੋਵਾਈਡ ਕਰਦੀ ਹੈ। ਹੁਣ ਦੇਖੋ ਅੱਜ ਕੱਲ੍ਹ ਨੋਨ ਇੰਸਟੀਟਿਊਸ਼ਨਲ ਸੋਰਸ ਆਫ ਇਨਕਮ ਕੀ ਚੱਲਦਾ ਪਿਆ, ਮੁਥੂਟ ਫਾਈਨਾਂਸ। ਉਹ ਕੀ ਕਹਿ ਰਹੀ ਹੈ, ਸੋਨੇ ਉੱਪਰ ਲੋਨ ਲੈ ਜਾਓ। ਹੁਣ ਜੇ ਕੱਲ੍ਹ ਲਓ ਉਹਨਾਂ ਨੇ ਲਿਮਿਟ ਸੈੱਟ ਕੀਤੀ ਹੋਈ ਹੈ ਵੀ ਇੰਨੀ ਦੇਰ ਤੁਸੀਂ ਜੋ ਸੋਨੇ ਉੱਪਰ ਲੋਨ ਦਾ ਤੁਸੀਂ ਮੋੜਨਾ ਪੈਸਾ, ਅਗਰ ਨਹੀਂ ਮੋੜ ਪਾਏ ਤਾਂ ਉਹ ਪੈਸਾ ਕਿਹਦਾ ਹੋ ਗਿਆ, ਮੁਥੂਟ ਫਾਈਨਾਂਸ ਦਾ। ਹੁਣ ਦੇਖੋ ਐਗਜ਼ੈਕਟ ਤਾਂ ਲੋਨ ਨਹੀਂ ਦਿੰਦੇ, ਤੁਹਾਡਾ ਸੋਨਾ ਹੈਗਾ 50 ਲੱਖ ਦਾ, ਹਾਲੇ ਤੁਹਾਨੂੰ 50 ਲੱਖ ਦਾ ਲੋਨ ਨਹੀਂ ਦਊਗਾ, ਉਹ 45 ਲੱਖ ਦਾ ਦੇ ਦੇਣਗੇ। ਕਾਰਨ ਕੀ ਹੈ, ਜੇ ਕੱਲ੍ਹ ਨੂੰ ਤੁਸੀਂ ਨਾ ਮੋੜ ਪਾਏ ਤਾਂ ਉਸ ਕੰਪਨੀ ਨੂੰ ਵੀ ਕੋਈ ਫਾਇਦਾ ਹੋਣਾ ਚਾਹੀਦਾ ਹੈ ਨਾ, ਉਹਨੇ 5 ਲੱਖ ਦਾ ਪ੍ਰੋਫਿਟ ਹੋ ਗਿਆ ਸੋਨੇ ਦਾ, ਠੀਕ ਹੈ ਨਾ। ਉਹ ਅਗਲਾ ਪ੍ਰੋਫਿਟ ਕਮਾਉਣ ਵਾਸਤੇ ਬੈਠਾ, ਫ੍ਰੀ ਨਹੀਂ, ਖੈਰਾਤ ਨਹੀਂ ਬਣ ਰਿਹਾ ਵੀ ਤੁਸੀਂ 45 ਲੱਖ 50 ਲੱਖ ਦਾ ਸੋਨਾ 50 ਲੱਖ ਲੋਨ ਦੇ ਤਾਂ ਨਾ, ਉਹ ਪ੍ਰੋਫਿਟ ਕਮਾਉਣ ਵਾਸਤੇ ਬੈਠਾ। ਉਹ ਹੈਗਾ ਨੋਨ ਇੰਸਟੀਟਿਊਸ਼ਨਲ ਸੋਰਸ ਆਫ ਰੂਰਲ ਕ੍ਰੈਡਿਟ। ਸੋ ਅੱਜ ਕੱਲ੍ਹ ਆਪਣੇ ਕੋਲ ਚੱਲਦਾ ਪਿਆ ਲੋਕ ਜਿੰਨੇ ਵੀ ਸਿਆਣੇ ਪਿੰਡਾਂ ਵਿੱਚੋਂ ਇੰਸਟੀਟਿਊਸ਼ਨਲ ਸੋਰਸ ਕੋਲ ਜਾਂਦੇ ਆ, ਬਹੁਤ ਹੀ ਜ਼ਿਆਦਾ ਪ੍ਰੋਬਲਮ ਹੋਵੇ ਤਾਂ ਨੋਨ ਇੰਸਟੀਟਿਊਸ਼ਨਲ ਦੇ ਕੋਲੋਂ ਜਾਣਗੇ।